एलोपैथी बारे अपने बयानों ते बाबा रामदेव ने मंगी माफी। न्यूज़ 18 ते अपना बयान लिया वापस, कहा सारे सेहत कर्मियों नूं मेरा नमन। कांग्रेस का अंदरूनी कलेश सुलझाउण लई तेज हुई कवायद। हाईकमान वालों गठित कमेटी ने दिल्ली सदे मंत्री ते विधायक कल तो 3 दिनों तक 25 आगुआं नाल करनगे गलबात। बिना नाम लए प्रताप बाजवा ने कैप्टन ते कसिया तंज, बोले अपनी अंतरात्मा दी सुनो आवाज, वाहिगुरू ते पंजाब दी जनता देख रही। बबीता फोगाट दा किसानां ने किया जबरदस्त विरोध, पुलिस नाल भी भिड़े प्रदर्शनकारी। दादरी दे पिहरी कलां पहुंची सी बबीता। सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत है। मैं हाँ विजयपाल सिंह बराड़। गल पंजाब कांग्रेस के अंदरूनी कलेश की करते, अंदरूनी खैबाजी की करते हैं। उसके नाल जुड़ी एक वड्डी खबर है कि हुण हाई कमान ने पंजाब कांग्रेस का कलेश सुलझाउण की कवायद तेज कर दी है। हाई कमान की कमेटी ने दिल्ली सारे विधायक सद लए ने। कल तो 3 दिनों तक विधायकों के नाल गलबात होएगी। 25 करके विधायक बुलाए गए ने और 3 दिन ये लगातार मीटिंगां चलणगियां। 3 दिन 25 विधायकों के नाल मीटिंग होएगी। सुनील जाखड़ इस मीटिंग दे विच मौजूद रहणगे और दिल्ली सुनील जाखड़ पहुंच चुके हैं। कल होने वाली मीटिंग च मालवे के 13 विधायक, माझे और दुआबे के 6 विधायक शामिल होंगे। हाईकमान की मीटिंग च नाराज मंत्री सुखजिंदर रंधावा ते चरणजीत चन्नी भी कल शामिल हो रहे हैं। कल होने वाली मीटिंग च तृप्त बाजवा भी शामिल हो रहे हैं। सो 3 मंत्री जिहड़े ने उन्हां दे नाम सामने आए ने जिहड़े इस कमेटी के अगे पेश होणगे। कमेटी जिस दे विच हरीश रावत ने, मल्लिकार्जुन खड़गे ने और JP अग्रवाल ने। इन्हां 3 जणियां ते आधारित जिहड़ी कमेटी सी ये बनाई गई सी और इस कमेटी का मकसद यही है कि इस वेले जो कल पंजाब कांग्रेस के अंदर जिहड़ा कलेश चल रहा है उसनूं किसी तरीके रोकिया जाए। नपिंदर बराड़ साडे सहयोगी जुड़े ने फोन लाइन ते। नपिंदर, किहड़े मुख्य तौर ते आगू ने जिहड़े जां विधायक ने जिन्हां नूं कल बुलाया गया है और पहले दिन किस तरीके की गलबात रह सकती है मीटिंग दे विच, की संकेत मिल रहे ने? जी देखो, पहले दिन जिहड़ी साडे कोल जानकारी मिल रही है ਉਹਦੇ ਮੁਤਾਬਕ ਜਿਹੜੇ 25 ਵਿਧਾਇਕ ਬੁਲਾਏ ਗਏ ਨੇ, ਵਿਧਾਇਕ ਔਰ ਮੰਤਰੀ, ਔਰ ਇਹਨਾਂ ਦੇ ਵਿੱਚ ਸੀਨੀਅਰਿਟੀ ਨੂੰ ਮੁੱਖ ਰੱਖਿਆ ਗਿਆ ਹੈ ਕਿ ਜਿਹੜੇ ਜਿਹਦਾ 4 ਵਾਰ ਵਿਧਾਇਕ ਬਣੇ ਨੇ, 5 ਵਾਰ ਵਿਧਾਇਕ ਬਣੇ ਨੇ, ਇਸ ਤਰ੍ਹਾਂ ਸੀਨੀਅਰਿਟੀ ਲੈਵਲ ਜਿਹੜੀ ਸਾਡੇ ਕੋਲ ਜਾਣਕਾਰੀ ਮਿਲ ਰਹੀ ਹੈ, ਸੀਨੀਅਰਿਟੀ ਲੈਵਲ ਤੇ ਇਹਨਾਂ ਨੂੰ ਬੁਲਾਇਆ ਗਿਆ ਤੇ ਇਹਦੇ ਵਿੱਚ ਕਈ ਮੰਤਰੀਆਂ ਦਾ ਨਾਮ ਜਿਹੜਾ ਸ਼ਾਮਲ ਹੈ। ਜਿਸ ਤਰ੍ਹਾਂ 2 ਤਾਂ ਮੁੱਖ ਮੰਤਰੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਗੜਬੜ ਚੱਲ ਰਹੀ ਸੀ। ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਤੇ ਚਰਨਜੀਤ ਸਿੰਘ ਚੰਨੀ 2 ਮੁੱਖ ਕੈਬਨਿਟ ਮੰਤਰੀ ਜਿਨ੍ਹਾਂ ਦਾ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਪਿਛਲੇ ਦਿਨਾਂ ਵਿੱਚ ਮਨਮਟਾਵ ਰਿਹਾ। ਇਹ ਦੋਨੇ ਚਿਹਰੇ ਕਲੀਅਰ ਹੈ ਕਿ ਦੋਨੇ ਸ਼ਾਮਲ ਹੋਣਗੇ ਕੱਲ। ਇਸ ਤੋਂ ਇਲਾਵਾ ਰਾਜਕੁਮਾਰ ਵੇਰਕਾ ਜਿਹੜੇ ਆ, ਸੰਗਤ ਸਿੰਘ ਗਿਲਜੀਆਂ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਚੁੱਕੇ ਨੇ, ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਵਾਲੇ ਰਾਜਕੁਮਾਰ ਵੇਰਕਾ ਹੋ ਗਏ। ਔਰ ਸੁੰਦਰ ਸ਼ਾਮ ਅਰੋੜਾ ਦੀ ਵੀ ਗੱਲ ਹੋ ਰਹੀ ਹੈ ਕਿ ਸੁੰਦਰ ਸ਼ਾਮ ਅਰੋੜਾ ਵੀ ਇਸ ਮੀਟਿੰਗ ਦਾ ਹਿੱਸਾ ਹੋ ਸਕਦੇ ਨੇ। ਤਾਂ ਕੱਲ ਸੀਨੀਅਰਿਟੀ ਲੈਵਲ ਤੇ ਜਿਹੜੇ ਕਈ ਵੱਡੇ ਚਿਹਰੇ ਨੇ ਜਿਹੜੇ ਉਹ ਉੱਥੇ ਦੇਖਣ ਨੂੰ ਮਿਲ ਸਕਦੇ ਨੇ। ਔਰ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ, ਤਾਂ ਸੁਨੀਲ ਜਾਖੜ ਜ਼ਾਹਰ ਤੌਰ ਤੇ ਕੋਈ ਵੀ ਮੀਟਿੰਗ ਹੁੰਦੀ ਹੈ ਵਿਧਾਇਕਾਂ ਦੀ, ਮੰਤਰੀਆਂ ਦੀ, ਤਾਂ ਉਸ ਦੇ ਵਿੱਚ ਸ਼ਾਮਲ ਹੁੰਦੇ ਨੇ ਕਿਉਂਕਿ ਪਾਰਟੀ, ਹਾਂ ਜਦੋਂ ਪਾਰਟੀ ਦਾ ਮਸਲਾ ਹੁੰਦਾ ਤਾਂ ਇਹ ਮਸਲਾ ਪਾਰਟੀ ਦਾ, ਤਾਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ। ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਸੁਨੀਲ ਜਾਖੜ ਇਸ ਮੀਟਿੰਗ ਦਾ ਜਿਹੜਾ ਹੈਗਾ ਹਿੱਸਾ ਹੋਣਗੇ ਔਰ ਉਹ ਦਿੱਲੀ ਪਹੁੰਚ ਵੀ ਚੁੱਕੇ ਨੇ। ਸੁਨੀਲ ਜਾਖੜ ਜਿਹੜੇ ਅੱਜ ਵੀ ਦਿੱਲੀ ਦੇ ਵਿੱਚ ਮੌਜੂਦ ਨੇ ਔਰ ਕੱਲ ਦੀ ਮੀਟਿੰਗ ਦਾ ਉਹ ਹਿੱਸਾ ਹੋਣਗੇ। ਔਰ ਹਰ ਪੱਖ ਇਹ ਵੀ ਹੋ ਸਕਦਾ ਹੈ ਕਿ ਸੁਨੀਲ ਜਾਖੜ ਪਹਿਲਾਂ 3 ਮੈਂਬਰਾਂ ਦੇ ਨਾਲ ਵੱਖਰੇ ਤੌਰ ਤੇ ਇੱਕ ਮੀਟਿੰਗ ਕਰ ਲੈਣ ਤਾਂ ਕਿ ਉਹਨਾਂ ਨੂੰ ਇੱਕ ਵਾਰੀ ਹਾਲਾਤਾਂ ਦੇ ਬਾਰੇ ਜਾਣੂ ਕਰਵਾ ਦੇਣ, ਤਾਂ ਕਿ ਜਿਹੜੇ ਵਿਧਾਇਕ ਆਉਣਗੇ ਜਿਸ ਤਰ੍ਹਾਂ ਕਹਿੰਦੇ ਨਾ ਕਿ ਹੋਮਵਰਕ ਥੋੜਾ ਜਿਹਾ ਹੋ ਸਕਦਾ ਉਹ ਪਹਿਲਾਂ ਕਰਵਾ ਦੇਣ। ਕਿਉਂਕਿ ਜਿਹੜੀ ਇਹ ਮੀਟਿੰਗ ਮੰਨੀ ਜਾ ਰਹੀ ਹੈ ਵਿਜੇ 3 ਦਿਨ ਚੱਲਣੀ ਹੈ, 25 ਕਰਕੇ ਰੱਖਿਆ ਗਿਆ। 1 ਦਿਨ ਹੋ ਸਕਦਾ ਵੱਧ ਬੁਲਾ ਲੈਣ ਤਾਂ ਕਿ ਜਿਹੜੇ ਬਚ ਗਏ ਉਹ ਸਾਰੇ ਆ ਜਾਣਗੇ। ਤਾਂ ਜਿਹੜੀ ਇਹ ਮੀਟਿੰਗ ਹੈ ਇਸ ਦਾ ਮੁੱਖ ਮਕਸਦ ਜਿਸ ਤਰ੍ਹਾਂ ਦਾਅਵਾ ਕੀਤਾ ਜਾ ਰਿਹਾ ਇਕੱਲਾ ਇਹੀ ਨਹੀਂ ਹੈ ਕਿ ਜਿਹੜੇ ਪਿਛਲੇ ਦਿਨਾਂ ਵਿੱਚ ਰੁੱਸੇ ਸੀ ਉਹਨਾਂ ਨੂੰ ਮਨਾਉਣਾ ਹੈ, ਸਗੋਂ 2022 ਦਾ ਟੀਚਾ ਮੰਨ ਕੇ ਚੱਲ ਰਹੇ ਨੇ। ਜਿਸ ਤਰ੍ਹਾਂ ਹਰੀਸ਼ ਰਾਵਤ ਵੀ ਦਾਅਵਾ ਕਰ ਰਹੇ ਸੀ ਸਾਡੇ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ, ਸਾਡਾ ਨਿਸ਼ਾਨਾ 2022 ਹੈ। ਤੇ ਇਸ ਕਰਕੇ ਉਹਨਾਂ ਨੇ ਸਾਰਿਆਂ ਨੂੰ ਬੁਲਾਉਣ ਦਾ ਜਿਹੜਾ ਹੈਗਾ
ਫੈਸਲਾ ਕੀਤਾ ਤਾਂ ਕਿ ਸਾਰਿਆਂ ਦਾ ਪੱਖ ਹੀ ਲਿਆ ਜਾਵੇ ਕਿ ਅੱਜ 5 ਗੁੱਸੇ ਕੱਲ ਨੂੰ 10 ਗੁੱਸੇ ਹੋਣਗੇ ਤਾਂ ਸਾਰਿਆਂ ਨੇ ਬੁਲਾ ਕੇ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਹੈ। ਹਾਂ, ਇਹ ਪੱਖ ਸੁਣ ਕੇ ਉਸ ਤੋਂ ਬਾਅਦ ਕੁਝ ਹੁੰਦਾ ਹੈ ਨਹੀਂ ਹੁੰਦਾ ਉਹ ਗਾਂ ਦੀ ਗੱਲ ਹੈ, ਪਰ ਇੱਕ ਵਾਰੀ ਬੁਲਾ ਜ਼ਰੂਰ ਲਿਆ ਹਾਈ ਕਮਾਨ ਨੇ ਵਿੱਚ। ਠੀਕ ਹੈ ਰੁਪਿੰਦਰ, ਧੰਨਵਾਦ ਇਸ ਜਾਣਕਾਰੀ ਦੇ ਲਈ। ਤਾਂ ਹਾਈ ਕਮਾਨ ਨੇ ਸ਼ੁਰੂਆਤ ਕਰ ਦਿੱਤੀ ਹੈ, 3 ਦਿਨ ਤੱਕ ਇਹ ਮੀਟਿੰਗਾਂ ਚੱਲਣਗੀਆਂ ਔਰ ਕੱਲ ਪਹਿਲੀ ਮੀਟਿੰਗ ਹੋਏਗੀ ਪੰਜਾਬ ਦੇ 25 ਵਿਧਾਇਕਾਂ ਦੇ ਨਾਲ। ਸੀਨੀਅਰਿਟੀ ਦੇ ਹਿਸਾਬ ਨਾਲ ਵਿਧਾਇਕਾਂ ਨੂੰ ਬੁਲਾਇਆ ਗਿਆ। ਰਾਜਕੁਮਾਰ ਵੇਰਕਾ ਦਾ ਇਸ ਬਾਰੇ ਪ੍ਰਤੀਕਰਮ ਆਇਆ ਹੈ, ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਰਾਜਕੁਮਾਰ ਵੇਰਕਾ ਕੀ ਕਹਿ ਰਹੇ ਹਨ? ਦਿੱਲੀ ਆਇਆ ਕੱਲ ਕਾਂਗਰਸ ਹਾਈ ਕਮਾਂਡ ਨੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ, ਉਹਨਾਂ ਨੇ ਪੰਜਾਬ ਦੇ ਸਾਰੇ ਐਮਐਲਏਆਂ ਨੂੰ ਸੁਣਨ ਦਾ ਜਿਹੜਾ ਆ ਉਹ ਪ੍ਰੋਗਰਾਮ ਬਣਾਇਆ। ਕੱਲ ਦੇ ਵਿੱਚ 25 ਐਮਐਲਏ ਜਿਹੜੇ ਹੈ, ਜਿਨ੍ਹਾਂ ਦੇ ਵਿੱਚੋਂ 6 ਮਾਝੇ ਦੇ, 6 ਦੁਆਬਾ ਦੇ ਔਰ 13 ਐਮਐਲਏ ਜਿਹੜੇ ਆ ਮਾਲਵਾ ਦੇ ਹੋਣਗੇ। ਇਸੇ ਤਰੀਕੇ ਦੇ ਨਾਲ ਇਸੇ ਰੋਸ਼ੀਓ ਦੇ ਵਿੱਚ 3 ਦਿਨ ਲਗਾਤਾਰ ਜਿਹੜੀ ਹੈ ਕਾਂਗਰਸ ਹਾਈ ਕਮਾਨ ਇਹ ਮੀਟਿੰਗ ਕਰੇਗਾ। ਕੱਲ 11 ਵਜੇ ਜਿਹੜੀ ਆ ਪਹਿਲੀ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਮੈਂ ਸ਼ਾਮਲ ਹੋ ਰਿਹਾ ਔਰ 3 ਮੈਂਬਰੀ ਕਮੇਟੀ ਜਿਹੜਾ ਹੈ ਉਹ ਪੰਜਾਬ ਦਾ ਪੱਖ ਸੁਣ ਰਹੀ ਹੈ। ਪੰਜਾਬ ਕਾਂਗਰਸ ਨੂੰ ਇਕੱਠਿਆਂ 2022 ਦਾ ਜਿਹੜਾ ਟੀਚਾ ਹੈ ਉਹ ਪੂਰਾ ਹੋਵੇ। ਤੇ ਉਧਰ ਕਾਂਗਰਸ ਦੇ ਰਾਜ ਸਭਾ ਐਮਪੀ ਪ੍ਰਤਾਪ ਬਾਜਵਾ ਨੇ ਬਿਨਾਂ ਨਾਮ ਲਏ ਅੱਜ ਕੈਪਟਨ ਤੇ ਤੰਜ ਕੱਸਿਆ। ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ਦਲੇਰ ਬਣੋ ਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣੋ, ਵਾਹਿਗੁਰੂ ਤੇ ਪੰਜਾਬ ਦੀ ਜਨਤਾ ਦੇਖ ਰਹੀ ਹੈ। ਹਾਲਾਂਕਿ ਬਾਜਵਾ ਨੇ ਸਪਸ਼ਟ ਨਹੀਂ ਕੀਤਾ ਕਿ ਕਿਸ ਲਿਹਾਜ਼ ਨਾਲ ਉਹ ਇਹ ਗੱਲ ਕਹਿ ਰਹੇ ਨੇ, ਨਾ ਹੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਿਖਿਆ। ਇਹ ਟਵੀਟ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤਾ ਗਿਆ, ਜਿਸ 'ਚ ਉਹਨਾਂ ਨੇ ਲਿਖਿਆ, ਦਲੇਰ ਬਣੋ ਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣੋ। ਤੇ ਹਰਿਆਣਾ ਤੋਂ ਇੱਕ ਵੱਡੀ ਖਬਰ ਹੈ। ਹਰਿਆਣਾ ਸਰਕਾਰ ਨੇ ਨਿੱਜੀ ਹਸਪਤਾਲਾਂ ਦੀ ਮਨਮਾਨੀ ਤੇ ਸ਼ਿਕੰਜਾ ਕੱਸਿਆ ਹੈ। ਹੁਣ ਮਰੀਜ਼ਾਂ ਤੋਂ ਜਿਹੜਾ ਜ਼ਿਆਦਾ ਪੈਸਾ ਵਸੂਲੇਗਾ ਉਸ ਦੇ ਖਿਲਾਫ ਕਾਰਵਾਈ ਹੋਏਗੀ। ਹਰ ਜ਼ਿਲ੍ਹੇ 'ਚ ਸਰਕਾਰ ਨੇ ਇੱਕ 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਔਰ ਇਸ ਕਮੇਟੀ ਦੇ ਵਿੱਚ ਹਰ ਇੱਕ ਕਮੇਟੀ ਦੇ ਵਿੱਚ ਇੱਕ ਸੀਏ ਨੂੰ ਸ਼ਾਮਲ ਕੀਤਾ ਜਾਏਗਾ। ਪਹਿਲੇ ਪੜਾਅ 'ਚ ਕਮੇਟੀ ਵੱਲੋਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਵੇਗੀ। ਜੇ ਇਲਜ਼ਾਮ ਸਹੀ ਸਾਬਤ ਹੁੰਦੇ ਨੇ ਤਾਂ ਮਰੀਜ਼ਾਂ ਨੂੰ ਉਹਨਾਂ ਦਾ ਪੈਸਾ ਵਾਪਸ ਕਰਵਾਇਆ ਜਾਏਗਾ। ਇਲਜ਼ਾਮ ਸਹੀ ਸਾਬਤ ਹੋਣ ਤੇ ਹਸਪਤਾਲ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ। ਦਰਅਸਲ ਹਰਿਆਣਾ ਸਰਕਾਰ ਵੱਲੋਂ ਕੱਲ ਇਹ ਵੱਡਾ ਫੈਸਲਾ ਲਿਆ ਗਿਆ ਸੀ। 2 ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਸੀ ਕਿਉਂਕਿ ਇਹ ਸ਼ਿਕਾਇਤਾਂ ਹਰਿਆਣਾ ਸਰਕਾਰ ਕੋਲੇ ਪਹੁੰਚੀਆਂ ਸੀ ਕਿ ਹਰਿਆਣਾ ਦੇ ਵਿੱਚ ਨਿੱਜੀ ਹਸਪਤਾਲਾਂ ਨੇ ਕਰੋਨਾ ਦੇ ਵਿੱਚ ਲੋਕਾਂ ਤੋਂ ਨਜਾਇਜ਼ ਵਸੂਲੀ ਕੀਤੀ ਹੈ, ਨਜਾਇਜ਼ ਉਗਰਾਹੀ ਕੀਤੀ ਗਈ ਹੈ। ਲੋਕਾਂ ਤੋਂ ਮਨਮਾਨੇ ਰੇਟ ਵਸੂਲੇ ਗਏ ਨੇ, ਲੱਖਾਂ ਦੇ ਵਿੱਚ ਲੋਕਾਂ ਦੇ ਬਿੱਲ ਬਣਾਏ ਗਏ ਨੇ। ਉਸ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਸਪੀਕਰ ਉਹਨਾਂ ਦੀ ਅਪੀਲ ਤੇ ਜਾਂ ਉਹਨਾਂ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਸੀਐਮ ਨੇ ਇਹ ਐਲਾਨ ਕੀਤਾ ਸੀ ਕਿ ਸਰਕਾਰ ਹੁਣ ਇਸ ਦਾ ਆਡਿਟ ਕਰਵਾਏਗੀ। 2 ਅਧਿਕਾਰੀਆਂ ਦੀ ਡਿਊਟੀ ਲਾਈ ਗਈ ਸੀ ਕਿ ਇਹ ਇਸ ਸਾਰੇ ਕੰਮ ਨੂੰ ਦੇਖਣਗੇ। ਅੱਜ ਸਰਕਾਰ ਨੇ ਹੁਣ ਇਸ ਬਾਰੇ ਜਿਹੜੀ ਹੋਰ ਜਾਣਕਾਰੀ ਦਿੱਤੀ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਜ਼ਿਲ੍ਹੇ 'ਚ ਇੱਕ 3 ਮੈਂਬਰੀ ਕਮੇਟੀ ਬਣਾਈ ਜਾਏਗੀ ਜਾਂ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਔਰ ਹਰ ਕਮੇਟੀ 'ਚ ਇੱਕ ਸੀਏ ਹੋਏਗਾ, ਚਾਰਟਰਡ ਅਕਾਊਂਟੈਂਟ ਜਿਹੜਾ ਹੁੰਦਾ ਉਹ ਹਰ ਕਮੇਟੀ 'ਚ ਇੱਕ ਸ਼ਾਮਿਲ ਕੀਤਾ ਜਾਊਗਾ। ਪਹਿਲੇ ਪੜਾਅ 'ਚ ਕਮੇਟੀ ਲੋਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ, ਯਾਨੀ ਲੋਕ ਜਿਨ੍ਹਾਂ ਦੇ ਕੋਲ ਬਿੱਲ ਨੇ ਉਹ ਬਿੱਲ ਲੈ ਕੇ ਕਮੇਟੀ ਦੇ ਅੱਗੇ ਪੇਸ਼ ਹੋਣਗੇ। ਕਮੇਟੀ ਉਹਨਾਂ ਬਿੱਲਾਂ ਦੀ ਜਾਂਚ ਕਰੇਗੀ ਕਿ ਉਸ ਦੇ ਵਿੱਚ ਕਿੰਨੇ ਨਜਾਇਜ਼ ਪੈਸੇ ਵਸੂਲੇ ਗਏ ਨੇ ਔਰ ਕਿੰਨੇ ਬਣਦੇ ਸੀ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਦੇ ਮੁਤਾਬਿਕ। ਜੇ ਉਸ ਦੇ ਵਿੱਚ ਗੜਬੜੀ ਪਾਈ ਗਈ, ਜਿਸ ਵੀ ਹਸਪਤਾਲ ਨੇ ਵੱਧ ਪੈਸੇ ਵਸੂਲੇ ਨੇ, ਤਾਂ ਉਸ ਹਸਪਤਾਲ ਨੂੰ ਉਹ ਪੈਸੇ ਵਾਪਸ ਵੀ ਕਰਨੇ ਹੋਣਗੇ ਔਰ ਸਰਕਾਰ ਉਸ ਹਸਪਤਾਲ ਦੇ ਖਿਲਾਫ ਕਾਰਵਾਈ ਵੀ ਕਰੇਗੀ। ਸੋ ਇਹ ਸਰਕਾਰ ਨੇ, ਹਰਿਆਣਾ ਸਰਕਾਰ ਨੇ ਸਖਤ ਸਟੈਂਡ ਲਿਆ ਔਰ ਪੰਜਾਬ ਦੇ ਵਿੱਚ ਹਾਲੇ ਤੱਕ ਸਰਕਾਰ ਨੇ ਐਸਾ ਕੋਈ ਕਦਮ ਨਹੀਂ ਚੁੱਕਿਆ। ਸਰਕਾਰ ਵੱਲੋਂ ਇਹ ਸਖਤੀ ਜ਼ਰੂਰ ਕੀਤੀ ਜਾਂਦੀ ਰਹੀ ਹੈ, ਇਹ ਸਖਤ ਸੰਦੇਸ਼ ਜ਼ਰੂਰ ਦਿੱਤਾ ਜਾਂਦਾ ਰਿਹਾ, ਪਰ ਉਹ ਸੰਦੇਸ਼ ਕਾਗਜ਼ਾਂ ਤੱਕ ਹੀ ਸੀਮਿਤ ਰਹੇ ਨੇ। ਹਸਪਤਾਲਾਂ ਦੇ ਵਿੱਚ ਉਸੇ ਤਰੀਕੇ ਨਾਲ ਵਸੂਲੀਆਂ ਹੁੰਦੀਆਂ ਰਹੀਆਂ ਨੇ, ਪਰ ਹਰਿਆਣਾ ਨੇ ਇਹ ਇੱਕ ਕਦਮ ਅੱਗੇ ਵਧਾਉਂਦੇ ਹੋਏ ਇਹ ਫੈਸਲਾ ਲਿਆ। ਹੁਣ ਅਗਲੇ ਦਿਨਾਂ 'ਚ ਦੇਖਣਾ ਹੋਏਗਾ ਕਿ ਵਾਕਿਆ ਹੀ ਲੋਕ ਜਿਹੜੇ ਆਪਣੇ ਬਿੱਲ ਪੇਸ਼ ਕਰਦੇ ਨੇ ਜਿਨ੍ਹਾਂ ਤੋਂ ਨਜਾਇਜ਼ ਵਸੂਲੀ ਹੋਈ ਹੈ ਉਸ ਤੇ ਸਰਕਾਰ ਵਾਕਿਆ ਹੀ ਕਾਰਵਾਈ ਕਰੇਗੀ ਕਿ ਉਹਨਾਂ ਦੇ ਪੈਸੇ ਜਿਹੜੇ ਨੇ ਵੱਧ ਵਸੂਲੀ ਦੇ ਉਹ ਲੋਕਾਂ ਨੂੰ ਵਾਪਸ ਦਿਲਵਾਏ ਜਾਣਗੇ। ਪਰ ਕਦਮ ਜ਼ਰੂਰ ਹਰਿਆਣਾ ਸਰਕਾਰ ਨੇ ਇਸ ਪਾਸੇ ਵੱਲ ਵਧਾ ਦਿੱਤੇ ਨੇ। ਹਰ ਜ਼ਿਲ੍ਹੇ 'ਚ ਇੱਕ 3 ਮੈਂਬਰੀ ਕਮੇਟੀ ਜਿਸ 'ਚ ਇੱਕ ਚਾਰਟਰਡ ਅਕਾਊਂਟੈਂਟ ਸ਼ਾਮਿਲ ਹੋਏਗਾ, ਲੋਕਾਂ ਵੱਲੋਂ ਆਈਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ ਤੇ ਫਿਰ ਸਰਕਾਰ ਨੂੰ ਆਪਣੀ ਰਿਪੋਰਟ ਦੇਵੇਗੀ। ਕਮੇਟੀ ਦੀਆਂ ਰეკਮੈਂਡੇਸ਼ਨ ਤੇ ਹੀ ਹਸਪਤਾਲਾਂ ਨੂੰ ਜਿਹੜਾ ਉਹਨਾਂ ਦੇ ਪੈਸੇ ਹੈ ਵਾਪਸ ਕਰਨੇ ਪੈਣਗੇ। ਮਨੋਜ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ। ਮਨੋਜ, ਵਾਕਈ ਆਪਣੇ ਆਪ ਦੇ ਵਿੱਚ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਇੱਕ ਚੰਗਾ ਕਦਮ ਹੈ ਔਰ ਸ਼ਾਇਦ ਸਰਕਾਰਾਂ ਨੂੰ ਇਹ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ, ਤਾਂ ਇਹ ਨੌਬਤ ਹੀ ਨਾ ਆਉਂਦੀ ਕਿ
ਪੈਸੇ ਵਾਪਸ ਕਰਵਾਉਣੇ ਪੈਣਗੇ। ਪਰ ਫਿਰ ਵੀ ਹੁਣ ਕਿਸ ਲਿਹਾਜ਼ ਨਾਲ ਇਸ ਫੈਸਲੇ ਨੂੰ ਦੇਖਿਆ ਜਾਵੇ ਕਿ ਕਮੇਟੀ ਕੋਈ ਟਾਈਮ ਬਾਉਂਡ ਹੈ ਕਿ ਕਦੋਂ ਤੱਕ ਜਾਂਚ ਕਰੇਗੀ, ਔਰ ਕੀ ਕਮੇਟੀਆਂ ਅੱਗੇ ਕੋਈ ਲੋਕਾਂ ਨੂੰ ਕਾਲ ਕਿਸ ਤਰੀਕੇ ਨਾਲ ਕਰਨਗੀਆਂ, ਕਿਸ ਤਰੀਕੇ ਨਾਲ ਇਹ ਪੂਰੀ ਜਿਹੜੀ ਪ੍ਰਕਿਰਿया है वो सिरे चढ़ाई जाएगी, उस बारे जानकारी चाहेंगे। बिल्कुल विजयपाल, आपने ठीक कहा कि ये एक मैकेनिज्म पहले ही सरकार को डेवलप कर देना चाहिए था, लेकिन फिर भी देर ही सही लेकिन दुरुस्त आई है सरकार और फैसला लिया है। दरअसल प्रदेश के अलग अलग जिलों से बहुत बड़ी संख्या में शिकायतें आ रही थी कि निजी अस्पतालों ने अनाप शनाप वसूली की है। जो सरकार ने रेट तय किए थे 8,000 से 18,000 रुपए तक के, उससे ज्यादा पैसे वसूले जा रहे हैं। इसको देखते हुए अब हर जिले में 3 सदस्यीय कमेटी गठित की गई है और नई चीज इसमें यह है कि एक सीए इसमें रखा गया है और इस कमेटी का काम ये होगा कि जो लोग शिकायत लेकर आए हैं, जिन्होंने सरकार के पास शिकायत दी है या इस कमेटी के पास अपनी शिकायत लेकर आएंगे और वो बिल पेश करेंगे, उसकी बाकायदा जांच होगी। सीए भी कमेटी में शामिल है और वो देखेगा कि वाकई में कितना बिल बनता है, कितना नाजायज बिल लिया गया है। अगर जो नाजायज पैसा लिया गया होगा तो उस पैसे को वापस भी कराया जाएगा और साथ ही साथ उस अस्पताल के खिलाफ कार्रवाई भी की जाएगी। और उसके बाद जब ये शिकायतों का निवारण कर दिया जाएगा, उसके बाद रैंडमली एक अस्पतालों का ऑडिट कराया जाएगा। यानी कि एक अस्पताल में अगर माफ कीजिए कि एक जिले में अगर 100 अस्पताल हैं तो उसमें से 20, 30, 40 अस्पताल जितने भी सरकार चाहेगी रैंडम तरीके से उनकी ऑडिट की जाएगी और उसमें भी अगर गड़बड़ी पाई गई तो सख्त कार्रवाई की जाएगी। एक मुख्यमंत्री मनोहर लाल ने ही खुद एक उदाहरण भी विजयपाल बताया, बहुत इंटरेस्टिंग है। उसमें उन्होंने कहा कि एक अस्पताल के से उनके पास ऐसी शिकायत आई एक मरीज की कि कोविड का वो मरीज था, पहले उसको एडमिट किया गया, 2 दिन तक उसको कोविड के लिए जो तय सीमा है उसके हिसाब से ही बिल वसूला गया, लेकिन कोविड के पेशेंट को नेगेटिव दिखाकर 2 दिन के बाद उससे दूसरे दर पर जो पैसे हैं वो वसूले गए। यानी कि जो अस्पताल की जो सामान्य दरें थी वो चार्ज किया गया। तो कोविड के पॉजिटिव पेशेंट को नेगेटिव दिखाकर भी जो एक भ्रष्टाचार का रास्ता है वो निकालने की कोशिश यानी जिस अस्पतालों ने की है, तो ऐसे अस्पतालों की अब खैर नहीं है। तो क्या कमेटी ने कुछ टाइम बाउंड किया है मनोज कि कब तक वो लोगों को कॉल करेंगे? ऑब्वियसली लोगों को बिल तो दिखाने पड़ेंगे जो अस्पतालों ने बिल दिए हैं, वरना प्रूव कैसे होगा कि ज्यादा पैसे वसूले गए हैं? बिल्कुल विजयपाल, देखिए कमेटी की जो जिम्मेदारी है उसको ये सौंपी गई है कि जो शिकायतें सरकार के पास आएंगी, दरअसल जिनसे बिल वसूले गए हैं जो मरीज थे उनको खुद सरकार के पास पहुंचना पड़ेगा, या कमेटी के पास पहुंचना पड़ेगा, या सरकार के किसी विभाग के पास पहुंचना पड़ेगा। वो विभाग वो अधिकारी इस कमेटी के पास वो शिकायतों को भेजेंगे और उन शिकायतों का निवारण फिर कमेटी करेगी। तो लोगों को यहाँ अपनी शिकायतें लेकर आना पड़ेगा और एक बार जब शिकायतें निपट जाएंगी फिर कमेटी अपने लेवल पर अस्पतालों के बिलों का जो ऑडिट है वो करेगी। ठीक है मनोज, बहुत बहुत शुक्रिया इस जानकारी ਦੇ ਲਈ। ਤਾਂ ਹਰਿਆਣਾ ਸਰਕਾਰ ਨੇ ਇਹ ਇੱਕ ਕਦਮ ਅੱਗੇ ਜ਼ਰੂਰ ਵਧਾਇਆ ਹੈ ਇਸ ਦਿਸ਼ਾ ਦੇ ਵਿੱਚ, ਜੋ ਲੋਕਾਂ ਦੀ ਸਭ ਤੋਂ ਵੱਡੀ ਮੰਗ ਸੀ ਕਿ ਕੋਰੋਨਾ ਦੇ ਵਿੱਚ ਉਹਨਾਂ ਦੇ ਕਾਰੋਬਾਰ ਤਬਾਹ ਹੋ ਗਏ, ਉਹਨਾਂ ਦੇ ਪਰਿਵਾਰਕ ਮੈਂਬਰ ਚਲੇ ਗਏ ਔਰ ਉੱਤੋਂ ਹਸਪਤਾਲਾਂ ਨੇ ਜਿਹੜੇ ਉਹਨਾਂ ਤੋਂ ਵਸੂਲੀ ਕੀਤੀ ਹੈ, ਪ੍ਰਾਈਵੇਟ ਹਸਪਤਾਲਾਂ ਨੇ, ਖਾਸ ਤੌਰ ਤੇ ਨਿੱਜੀ ਹਸਪਤਾਲਾਂ ਨੇ, ਵੱਡੇ ਹਸਪਤਾਲਾਂ ਤੇ ਲੱਖਾਂ ਰੁਪਈਆ ਲੋਕਾਂ ਕੋਲੋਂ ਵਸੂਲਿਆ ਗਿਆ। ਉਸ ਨੂੰ ਲੈ ਕੇ ਕਿਉਂਕਿ ਜਦੋਂ ਪੈਂਡੇਮਿਕ ਹੁੰਦੀ ਹੈ, महामारी ऐलानी जाती है, उस तो बाद सरकार सारा कंट्रोल अपने हाथ च ले सकती है। हालांकि कंट्रोल सरकारां ने अपने हाथ च नहीं लिया, पर सख्ती जरूर दिखाई या कुछ रेट जरूर तय किए कि इस तो बाद पैसे नहीं लेने। पर बहुत सारे अस्पतालों दीयां ये शिकायत आईयां, लोगों ने सरकार तक अप्रोच की, पहुंच की। जदों सरकार ने वो केस देखे तो फिर सरकार भी समझ गई कि वाकई गड़बड़ हुई है। उस तो बाद सरकार ने कमेटियां बनाईयां ने, हुण वो कमेटी ਜਦੋਂ ਲੋਕ ਉਹਨਾਂ ਦੇ ਕੋਲ ਪਹੁੰਚਣਗੇ, ਆਪਣੀਆਂ ਸ਼ਿਕਾਇਤਾਂ ਲੈ ਕੇ ਆਪਣੇ ਬਿੱਲ ਦਿਖਾਉਣਗੇ, ਉਹ ਆਪਣੇ ਜੋ ਸਰਕਾਰ ਦੇ ਦਿੱਤੇ ਰੇਟ ਹੈ ਉਸ ਦੇ ਨਾਲ ਮੈਚ ਕਰਨਗੇ। ਜਿਸ ਦੇ ਵਿੱਚ ਗੜਬੜੀ ਪਾਈ ਗਈ, ਜਿੱਥੇ ਬਿੱਲ ਵੱਧ ਵਸੂਲੇ ਗਏ ਹੈ, ਤਾਂ ਕਮੇਟੀ ਰਿਕਮੈਂਡ ਕਰੇਗੀ ਕਿ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਔਰ ਹਸਪਤਾਲ ਦੇ ਖਿਲਾਫ ਕਾਰਵਾਈ ਹੋਵੇ। ਤੇ ਪੰਜਾਬ ਦੀ ਸਿਆਸਤ ਦਾ ਰੁਖ ਕਰ ਲੈਂਦੇ ਹਾਂ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਔਰ ਸੁਨੀਲ ਜਾਖੜ ਨੂੰ ਰੇਤ ਮਾਫੀਆ ਦਾ ਕਿੰਗ ਦੱਸਿਆ ਗਿਆ ਸੁਖਬੀਰ ਬਾਦਲ ਵੱਲੋਂ। ਸੁਖਬੀਰ ਬਾਦਲ ਨੇ ਕਿਹਾ ਕਿ ਪਠਾਨਕੋਟ ਵਿੱਚ ਮਾਈਨਿੰਗ ਤੋਂ ਕਰੋੜਾਂ ਰੁਪਇਆਂ ਦੀ ਕਮਾਈ ਸੁਨੀਲ ਜਾਖੜ ਕਰ ਰਹੇ ਨੇ ਔਰ ਇਸੇ ਲਈ ਸੁਨੀਲ ਜਾਖੜ ਅਬੋਹਰ ਛੱਡ ਕੇ ਪਠਾਨਕੋਟ 'ਚ ਬੈਠੇ ਨੇ। ਸੁਖਬੀਰ ਬਾਦਲ ਨੇ ਵੀ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਸੁਨੀਲ ਜਾਖੜ ਹੋਰਾਂ ਨੂੰ ਇਸ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਏਗਾ। ਹੁਣ ਨਹੀਂ ਆਉਂਦਾ ਇੱਥੇ,
मैं चैलेंज करदा, जो जुल्म कीता, जो धक्का कीता, जो बर्बादी कीती है, लोग चाਹੁੰਦੇ ਆ ਉਹਨੂੰ ਉਹਦੀ ਜ਼ਮਾਨਤ ਜ਼ਬਤ ਕਰਾ ਕੇ ਭੇਜਣਾ। ਜਿਹੜਾ ਕਾਂਗਰਸ ਦਾ ਪ੍ਰਧਾਨ ਦੀ ਜ਼ਮਾਨਤ ਜ਼ਬਤ ਹੋਏ, ਉਹ ਮੈਸੇਜ ਦੇਣਾ ਚਾਹੁੰਦੇ ਆ ਅਬੋਰ ਦੇ ਲੋਕ ਕਿ ਆਹ ਕਾਂਗਰਸ ਦਾ ਪ੍ਰਧਾਨ ਹੈ। ਅਸੀਂ ਇਹਨਾਂ ਦੇ ਇੰਨਾ ਇਸ ਖਾਨਦਾਨ ਤੇ ਇੰਨਾ ਅਸੀਂ ਵਿਸ਼ਵਾਸ ਰੱਖਿਆ, ਪਰ ਇਸ ਖਾਨਦਾਨ ਨੇ ਲਗਾਤਾਰ ਸਾਡੇ ਪਿੰਡ ਤੇ ਛੁਰਾ ਮਾਰਿਆ। ਤੁਸੀਂ ਮਲੋਟ ਅਬੋਰ ਸ਼ਹਿਰ ਦੇ ਗਲੀਆਂ 'ਚ ਨਹੀਂ ਵੜ ਸਕਦੇ, ਕਿੰਨਾ ਮਾੜਾ ਹਾਲ ਹੈ। ਆਹ ਕੰਮ ਜਿਹੜੇ ਡਿਵੈਲਪਮੈਂਟ ਦੇ ਜੋ ਸੈਂਕਸ਼ਨ ਅਸੀਂ ਕਰਕੇ ਗਏ ਸੀ, ਆ 2 ਸਾਲ ਪਹਿਲੇ ਕੰਪਲੀਟ ਹੋਣੇ ਚਾਹੀਦੇ ਸੀ, ਜਿਹੜੇ ਜਾਣ ਕੇ ਲੇਟ ਕਰਕੇ 2016 ਚ ਅੰਮ੍ਰਿਤ ਯੋਜਨਾ ਲੈ ਸੀ, ਅਮਰ ਲੈ ਕੇ ਆਏ ਸੀ। ਤੋਂ ਇਸ ਕਰਕੇ ਅਤੇ ਜਾਖੜ ਹੁਣ ਹੁੰਦਾ ਕਿੱਥੇ ਹੈ? ਉੱਥੇ ਪਠਾਨਕੋਟ। ਕਿਉਂ? ਉੱਥੇ ਸਾਰੇ ਰੇਤੇ ਦਾ ਮਾਫੀਆ ਦਾ ਹੈਡ ਪੰਜਾਬ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ ਰੇਤਾ ਮਾਫੀਆ ਦਾ ਕਿੰਗ ਬਣ ਗਿਆ। ਉੱਥੋਂ ਕਰੋੜਾਂ ਰੁਪਏ ਮਹੀਨੇ ਦੇ ਇਕੱਠੇ ਹੁੰਦੇ ਆ, ਇਸ ਕਰਕੇ ਬੋਰ ਵਾਲੇ ਨੂੰ ਛੱਡ ਕੇ ਭੱਜ ਗਿਆ। ਤੇ ਬੇਅਦਬੀ ਤੇ ਕੋਟਕਪੂਰਾ ਗੋਲੀकांड ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ 1 ਜੂਨ ਨੂੰ ਬਰਗਾੜੀ 'ਚ ਇਕੱਠੇ ਹੋਣ ਦਾ ਮੁੜ ਐਲਾਨ ਕੀਤਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਰਕਾਰ ਨੇ ਝੂਠੇ ਵਾਅਦੇ ਕੀਤੇ, ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਸਮੂਹ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਨੂੰ, ਸੰਗਤਾਂ ਨੂੰ ਕਿ ਸਾਰੇ ਆਪੋ ਆਪਣਾ ਫਰਜ਼ ਸਮਝਦੇ ਹੋਏ 1 ਜੂਨ 2021 ਨੂੰ ਭਾਵ ਪਰਸੋਂ ਨੂੰ ਵਹੀਰਾਂ ਘੱਟ ਕੇ ਸਾਰੇ ਬਰਗਾੜੀ ਦੀ ਧਰਤੀ ਤੇ ਪਹੁੰਚੋ, ਤਾਂ ਕਿ ਆਪਾਂ ਸਾਰੇ ਇੱਕ ਮਤ ਹੋ ਕੇ ਇਨਸਾਫ ਵਾਸਤੇ ਸੰਘਰਸ਼ ਨੂੰ ਮੁੜ ਆਰੰਭ ਕੀਤਾ ਜਾਵੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਹਾਜ਼ਰ ਹੋਣੇ ਹਾਂ।